ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਦੇ ਤਹਿਤ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਸੁਖਮਨੀ ਸਾਹਿਬ ਜੀ ਦੀ ਵਿਚਾਰ ਨਾਲ ਜੁੜੇ ਹੋਏ ਹਾਂ। ਔਰ ਤੀਸਰੇ ਸ਼ਲੋਕ ਦੇ ਅੱਜ ਤੀਸਰੇ ਮੁੱਦੇ ਦੀ ਵਿਚਾਰ ਕਰਨੀ ਹੈ। ਸੋ ਸਤਿਗੁਰੂ ਜੀ ਨੇ ਵੇਖੋ ਸਭ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਬਹੁ ਸ਼ਾਸਤਰ ਬਹੁ ਸਿਮਰਤੀ, ਕਿ ਜੇ ਸਿੱਖ ਨੇ ਵਿਚਾਰ ਨਹੀਂ ਕੀਤੀ ਔਰ ਉਹਨਾਂ ਹੀ ਕਰਮ ਕਾਂਡਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਜਿਉਣ ਲੱਗ ਪਿਆ ਜੋ ਕਰਮ ਕਾਂਡ ਉੱਥੇ ਲਿਖੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਸਾਰਾ ਗਿਆਨ ਪ੍ਰਾਪਤ ਹੁੰਦਾ ਹੈ। ਉਸ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਸੋ ਸਤਿਗੁਰੂ ਜੀ ਵੇਖੋ ਮਨ ਟਿਕਿਆ ਰਹਿਣਾ ਚਾਹੀਦਾ ਹੈ, ਪਰ ਨਾਲ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਸਿਧਾਂਤ ਤੋਂ ਬਿਨਾਂ ਹੋਰ ਕੋਈ ਵੀ ਉੱਚ ਕੋਟੀ ਦਾ ਗਿਆਨ ਨਹੀਂ। ਔਰ ਪਰਮਾਤਮਾ ਦਾ ਸਿਧਾਂਤ ਹੈ ਪੂਜਸ ਨਾਹੀ ਹਰਿ, ਪੂਜ ਕੇ ਨਹੀਂ, ਨਾਨਕ ਨਾਮ ਅਮੋਲ। ਉਸ ਦਾ ਜਿਹੜਾ ਸਿਧਾਂਤ ਹੈ, ਪਰਮਾਤਮਾ ਦਾ ਜੋ ਨਿਯਮ ਹੈ, ਇੱਕ ਇਨਸਾਨ ਲਈ ਇਨਸਾਨੀਅਤ, ਉਸ ਦਾ ਕੋਈ ਮੁੱਲ ਨਹੀਂ ਹੈ। ਦੁਨੀਆ ਦੀ ਕੋਈ ਤਾਕਤ ਉਹਦਾ ਮੁੱਲ ਨਹੀਂ ਪਾ ਸਕਦੀ। ਹੁਣ ਤੀਸਰੇ ਪਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ। ਮਨ ਦੀ ਕਾਮਨਾ ਹੀ ਹੈ ਨਾ ਕਿ ਮੈਂ ਤੀਰਥਾਂ 'ਤੇ ਇਸ਼ਨਾਨ ਕਰ ਲਿਆ, ਅੱਜ ਕਰ ਰਹੇ ਨੇ ਇਨਸਾਨ। ਤੀਸਰੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ, ਵੀ ਤੀਰਥਾਂ 'ਤੇ ਭਟਕਦੇ ਨੇ, ਪਰ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋਇਆ। ਔਰ ਜਦੋਂ ਗੁਰੂ ਦੇ ਹੋਏ ਤੇ ਗੁਰੂ ਦੇ ਹੋ ਕੇ ਰਹਿ ਗਏ, ਔਰ ਫਿਰ ਐਸੇ ਗੁਰੂ ਦੇ ਹੋਏ ਕਿ ਗੁਰੂ ਦਾ ਰੂਪ ਹੀ ਬਣ ਗਏ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਹੋਏ। ਸੋ ਪਿਆਰ ਵਾਲਿਓ, ਮਨ ਦੀ ਇਹ ਕਾਮਨਾ ਹੈ ਕਿ ਮੈਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਤੇ ਮੇਰੀ ਬੰਦ ਖਲਾਸੀ ਹੋ ਜਾਵੇਗੀ। ਪਰ ਸਤਿਗੁਰੂ ਜੀ ਕਹਿੰਦੇ ਤੂੰ ਤੀਰਥ 'ਤੇ ਨਹਾਉਣ ਤੋਂ ਬਾਅਦ ਵੀ ਗਰਭ ਗੁਮਾਨ, ਹੰਕਾਰ ਵਾਲੀ ਬਿਰਤੀ ਤੇ ਤੇਰੇ ਵਿੱਚੋਂ ਖਤਮ ਹੀ ਨਹੀਂ ਹੋਈ। ਹੰਕਾਰ ਤੇ ਉਵੇਂ ਖੜਾ ਹੋਇਆ ਜਿਵੇਂ ਕੱਲ੍ਹ ਸੀ, ਉਵੇਂ ਅੱਜ ਹੰਕਾਰ ਮਨ 'ਤੇ ਉੱਠਿਆ। ਮਨ ਵਿੱਚੋਂ, ਸੋਚ ਵਿੱਚੋਂ ਹੰਕਾਰ ਤੇ ਗਿਆ ਹੀ ਨਹੀਂ। ਬੰਦੇ ਦੀ ਅਭਿਲਾਸ਼ਾ ਖਤਮ ਹੀ ਨਹੀਂ ਹੋਈ, ਆਪਣੇ ਹੰਕਾਰ ਨੂੰ ਛੱਡਣ ਨੂੰ ਤਿਆਰ ਨਹੀਂ। ਸੋਚ ਕਰੈ ਦਿਨ ਅਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਸੋਚ ਕਰੇ, ਕਹਿੰਦੇ ਦਿਨ ਰਾਤ। ਹੁਣ ਜਦੋਂ ਅਸੀਂ ਤੀਰਥਾਂ 'ਤੇ ਵੀ ਜਾਂਦੇ ਹਾਂ ਜਾਂ ਕਿਤੇ ਵੀ ਜਾਂਦੇ ਹਾਂ, ਘਰ ਵੀ ਰਹਿੰਦੇ ਹਾਂ, 2-2 3-3 ਟਾਈਮ ਇਸ਼ਨਾਨ ਕਰੀ ਜਾਂਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਮਨ ਕੀ ਮੈਲ ਨਾ, ਤੇਰੀ ਸੋਚ ਉਹ ਸਰੀਰ ਦੇ ਧੋਤਿਆਂ ਖਤਮ ਨਹੀਂ ਹੋਣੀ। ਮਾੜੀ ਸੋਚ ਜਿਹੜੀ ਤੇਰੀ ਹੈ, ਮਾੜੀ ਸੋਚ ਤੇ ਖਤਮ ਹੋਣੀ ਹੈ ਗੁਰੂ ਦੇ ਗਿਆਨ ਦੇ ਰਾਹੀਂ। ਜੇ ਗੁਰੂ ਦੇ ਗਿਆਨ ਨੂੰ ਸਮਝੀਏ ਔਰ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਈਏ, ਗੁਣਾਂ ਦਾ ਜਿਹੜਾ ਗਿਆਨ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਇਨਸਾਨ, ਇਹ ਮਨੁੱਖ, ਇਹ ਸਿੱਖ, ਤੈਨੂੰ ਮਨੁੱਖੀ ਜੀਵਨ ਮਿਲਿਆ ਤੇ ਆਹ ਤੇਰੇ ਮਨੁੱਖਤਾ ਦੇ ਫਰਜ਼ ਨੇ। ਇਹਨਾਂ ਮਨੁੱਖਾਂ ਦੇ ਫਰਜ਼ਾਂ ਦੇ ਰਾਹੀਂ ਤੂੰ ਆਪਣਾ ਜੀਵਨ ਗੁਜ਼ਾਰ ਤੇ ਸਮਝੋ ਕਿ ਇਨਸਾਨ ਦਾ ਜੀਵਨ ਸਫਲ ਹੋ ਗਿਆ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਤੇ ਦਿਨ ਰਾਤ ਇਸ਼ਨਾਨ ਕਰਨ ਨਾਲ ਨਹੀਂ ਕੁਛ ਵੀ ਹੋਣਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਸ਼ਨਾਨ ਕਰਨਾ ਛੱਡ ਦੇਣਾ ਹੈ, ਉਹ ਇੱਕ ਸਰੀਰ ਦੀ ਪਵਿੱਤਰਤਾ ਹੈ, ਵਰਨਾ ਰੋਗ ਲੱਗਣਗੇ, ਬਦਬੂ ਆਏਗੀ, ਕੋਈ ਕੋਲ ਨਹੀਂ ਬੈਠਣ ਦੇਵੇਗਾ। ਪਰ ਸਤਿਗੁਰੂ ਜੀ ਨੇ ਨਾਲ ਹੀ ਕਹਿੰਦੇ ਮਨ ਕੀ ਮੈਲ, ਗੱਲ ਤੇ ਤੇਰੀ ਸੋਚ ਦੀ ਹੈ, ਵੀ ਤੇਰੀ ਸੋਚ ਸਿਰਫ ਬਦਲ ਸਕਦੀ ਹੈ, ਪਵਿੱਤਰ ਹੋ ਸਕਦੀ, ਚੰਗੀ ਸੋਚ ਹੋ ਸਕਦੀ ਹੈ ਇਹ ਗੁਰੂ ਦੇ ਗਿਆਨ ਦੇ ਰਾਹੀਂ। ਗੁਰੂ ਦੇ ਗਿਆਨ ਨੂੰ ਜੇ ਤੂੰ ਸਮਝ ਲਵੇਂ, ਇਸ ਦੇ ਹੀ ਕੋ ਉਹ ਸਾਧਨਾ ਕਰ, ਮਨ ਤੇ ਕਬੂ ਨ ਵਿਖਿਆ ਟਰੈ। ਕਹਿੰਦੇ ਇਸ ਸਰੀਰ ਦੇ ਰਾਹੀਂ ਬੜੀਆਂ ਸਾਧਨਾ ਕਰੀ ਜਾਂਦਾ ਇਨਸਾਨ। ਅੱਜ ਵੇਖੋ ਸਿੱਖ ਪੁਜਾਰੀ ਮੇਰੇ ਵਰਗੇ ਕਹਿ ਲਓ ਕਿ ਵਿਖਾਣ ਨੂੰ ਅਸੀਂ ਵੇਖਣ ਵਾਲਾ ਕਹਿ ਰਿਹਾ ਕਿ ਗਿਆਨੀ ਜੀ ਤੇ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ, ਜਦੋਂ ਵੀ ਗੁਰਦੁਆਰੇ ਆਉਂਦੇ ਹਾਂ ਬਾਣੀ ਪੜ੍ਹਦੇ ਹੁੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਵੇਖੋ ਇਸ
ਸਰੀਰ ਦੇ ਰਾਹੀਂ ਬੜੀ ਸਾਧਨਾ ਕਰ ਰਹੇ, ਪਰ ਮਨ ਤੇ ਕਬੂ ਨਾ ਵਿਖਿਆ। ਵਿਖਿਆ ਕੀ ਹੈ? ਜ਼ਹਿਰ ਕੀ ਹੈ? ਮਨ ਦੇ ਵਿੱਚ ਮਾੜੀ ਸੋਚ। ਅੱਜ ਉਹ ਵੀ ਪੁਜਾਰੀ ਇਹੀ ਕਰ ਰਹੇ ਨੇ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਨਿਤ ਨਿਤ ਕੀਜੈ। ਹਰ ਇਨਸਾਨ ਆਪਣੇ ਢਿੱਡ ਦੀ ਖਾਤਰ ਇਸ ਸਰੀਰ ਦਾ ਵਿਖਾਵਾ ਕਰ ਰਿਹਾ ਕਿ ਮੈਂ ਸਰੀਰ ਦੇ ਰਾਹੀਂ ਬੜੀ ਉੱਚ ਕੋਟੀ 'ਤੇ ਪਹੁੰਚ ਗਿਆ ਵਾਂ, ਪਰ ਮਨ ਦੀ ਬਿਰਤੀ ਬਹੁਤ ਥੱਲੇ ਹੈ। ਮਨ ਦੀ ਬਿਰਤੀ ਦੇ ਰਾਹੀਂ ਉੱਚਾ ਉੱਠਣ ਦੀ ਕੋਸ਼ਿਸ਼ ਨਹੀਂ ਕਰਦਾ। ਮਨ ਦੀ ਬਿਰਤੀ ਜਿਹੜੀ ਹੈ ਉਹ ਬਹੁਤ ਨੀਵੇਂ ਪੱਧਰ ਦੀ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ, ਜਲ ਤੋ ਵੈਭੋ ਦੇ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਜਲ ਨਾਲ ਧੋਈ ਜਾਂਦੇ ਨੇ, ਇਸ਼ਨਾਨ ਕਰੀ ਜਾਂਦੇ ਨੇ ਇਸ ਸਰੀਰ ਨੂੰ। ਗੱਲ ਤੇ ਮਨ ਦੀ ਹੈ, ਸ਼ੁੱਧ ਕਹਾਂ ਹੋਏ। ਤੇ ਇਹ ਸਰੀਰ ਕਿਦੋਂ ਪਵਿੱਤਰ ਹੋਵੇਗਾ? ਕਦੀ ਸੋਚ ਕੇ ਦੇਖੋ, ਇਹ ਸਰੀਰ ਕਿਵੇਂ ਪਵਿੱਤਰ ਹੋ ਸਕਦਾ ਹੈ? ਉਹ ਇੱਕ ਸਰੀਰਕ ਅਵਸਥਾ ਹੈ ਕਿ ਨਹਾਉਣਾ ਜ਼ਰੂਰ ਚਾਹੀਦਾ, 2 ਵਾਰੀ 3 ਵਾਰੀ, ਜਿੰਨਾ ਵੀ ਸਮਾਂ ਲੱਗੇ, ਜਦੋਂ ਵੀ ਸਮਾਂ ਲੱਗੇ। ਅੱਜ ਡਾਕਟਰ ਵੀ ਕਹਿੰਦੇ ਨੇ ਬਾਹਰੋਂ ਆਓ, ਹੱਥ ਮੂੰਹ ਧੋਵੋ, ਇਸ਼ਨਾਨ ਕਰੋ, ਫਿਰ ਦੂਸਰੇ ਨਾਲ ਮੇਲ ਕਰੋ, ਕਿਤੇ ਤੁਹਾਡੇ ਰਾਹੀਂ ਵਾਇਰਸ ਦੂਸਰੇ ਨੂੰ ਨਾ ਚੰਬੜ ਜਾਣ। ਜੇ ਤੁਹਾਡੇ ਕੋਲ ਲੱਗੇ ਹੋਏ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਔਰ ਅੱਜ ਘਰ ਘਰ ਹੱਥ ਵੀ ਧੋਵਾਏ ਜਾ ਰਹੇ ਨੇ। ਸੋ ਸਤਿਗੁਰੂ ਜੀ ਵੇਖੋ, ਕਹਿੰਦੇ ਸੁਧ ਕਾ ਹੋਏ ਕਾਚੀ ਪੀਤ। ਇਸ ਸਰੀਰ ਨੇ ਤੇ ਇੱਕ ਦਿਨ ਵਿਰਸ ਜਾਣਾ। ਕਾਚੀ ਦਾ ਮਤਲਬ ਕੀ ਹੈ? ਖਤਮ ਹੋ ਜਾਣਾ ਇੱਕ ਦਿਨ ਇਹ ਸਰੀਰ। ਗੱਲ ਤੇ ਹੈ ਮਨ ਦੀ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਹਰ ਕੇ ਨਾਮ। ਹੁਣ ਪਰਮਾਤਮਾ ਦਾ ਨਾਮ ਕੀ ਹੈ? ਪਰਮਾਤਮਾ ਦੇ ਅਨੇਕ ਨਾਮ ਨੇ। ਹਰ ਕੌਮ ਦੇ ਵਿੱਚ ਆਪੋ ਵੱਖੋ ਵੱਖਰੇ ਪਰਮਾਤਮਾ ਦੇ ਨਾਮ ਰੱਖੇ ਹੋਏ ਨੇ। ਤੇ ਹੁਣ ਸਮਝਣ ਵਾਲੀ ਗੱਲ ਹੈ ਕਿ ਫਿਰ ਪਰਮਾਤਮਾ ਦਾ ਨਾਮ ਕੀ ਲਈਏ? ਪਰਮਾਤਮਾ ਦੇ ਗੁਣ ਨੇ। ਇੱਕ ਸਿੱਖ ਲਈ ਮੁੱਖ ਆਦੇਸ਼ ਜੋ 33 ਟਾਈਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਕੀਤੇ ਗਏ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਪਰਮਾਤਮਾ ਦਾ ਨਾਮ ਮਹਿਮਾ ਉੱਚ। ਉਹਦੀ ਮਹਿਮਾ ਇੰਨੀ ਉੱਚੀ ਹੈ, ਦੁਨੀਆ ਦੀ ਕੋਈ ਤਾਕਤ ਉਸ ਦੀ ਮਹਿਮਾ ਨੂੰ ਕੱਟ ਨਹੀਂ ਸਕਦੀ। ਉਸ ਦੀ ਮਹਿਮਾ ਖਤਮ ਨਹੀਂ ਹੋ ਸਕਦੀ, ਉਹ ਨਾਮ ਦੀ, ਉਹ ਗੁਣਾਂ ਦੀ। ਨਾਮ ਉਦਰੇ, ਨਾਮ ਦੇ ਰਾਹੀਂ ਸਿੱਧੇ ਰਸਤੇ 'ਤੇ ਚੱਲਣ ਵਾਲਾ। ਨਾਮ ਦੇ ਰਾਹੀਂ, ਗੁਣਾਂ ਦੇ ਰਾਹੀਂ ਸਿੱਧੇ ਰਸਤੇ 'ਤੇ ਚੱਲਣ ਵਾਲਾ। ਪਤਿਤ, ਮਾੜੀ ਬਿਰਤੀ ਵਾਲਾ। ਬਹੁ ਮੂਚ, ਉਹ ਵੀ ਖਤਮ ਹੋ ਜਾਂਦੀਆਂ ਮਾੜੀਆਂ ਬਿਰਤੀਆਂ ਵੀ। ਕਿੰਨੀਆਂ ਵੀ ਮਾੜੀਆਂ ਬਿਰਤੀਆਂ ਨੇ, ਪਰ ਜਿਹਨੇ ਨਾਮ ਦੇ ਗੁਣਾਂ ਨੂੰ ਧਿਆਨ ਵਿੱਚ ਰੱਖ ਲਿਆ, ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਗੁਣਾਂ ਨੂੰ ਸਮਝ ਲਿਆ, ਉਹਦੀ ਮਾੜੀ ਬਿਰਤੀ ਖਤਮ ਹੋ ਜਾਂਦੀ ਹੈ। ਵੇਖੋ ਨਾਨਕ ਸਾਹਿਬ ਜੀ ਦਾ ਫੈਸਲਾ ਹੈ ਤੀਸਰੇ ਪਦੇ ਵਿੱਚ। ਸੋ ਪਿਆਰ ਵਾਲਿਓ, ਸਭ ਤੋਂ ਉੱਤਮ ਹੈ ਗੁਰੂ ਸ਼ਬਦ ਦੀ ਵਿਚਾਰ। ਸਤਿਗੁਰੂ ਨੂੰ ਸਭ ਕੋ ਦੇਖਦਾ ਜੀਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਈ ਚੀਚਰ ਸ਼ਬਦ ਨਾ ਕੀਚੈ ਵਿਚਾਰ। ਜਿੰਨਾ ਚਿਰ ਸ਼ਬਦ ਦੀ ਵਿਚਾਰ ਨਾ ਕੀਤੀ ਜਾਵੇ, ਉਤਨਾ ਚਿਰ ਸਾਨੂੰ ਨਹੀਂ ਪਤਾ ਲੱਗਦਾ ਕਿ ਗੁਰੂ ਨੇ ਸਾਨੂੰ ਕਿਹੜਾ ਗਿਆਨ ਬਖਸ਼ਿਆ ਹੈ। ਔਰ ਉਸ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਬਹੁਤ ਜ਼ਰੂਰੀ ਹੈ। ਉਸ ਗਿਆਨ ਦੇ ਅਨੁਸਾਰ ਜੇ ਸਾਡਾ ਜੀਵਨ ਗੁਜ਼ਰ ਜਾਵੇ, ਪਿਆਰ ਵਾਲਿਓ, ਸਮਝੋ ਸਾਡਾ ਜਿਉਣਾ ਸਫਲ ਹੋ ਗਿਆ। ਸਾਨੂੰ ਜਿਉਣ ਦਾ ਤਰੀਕਾ ਮਿਲ ਗਿਆ, ਜਿਉਣ ਦੀ ਜਾਂਚ ਮਿਲ ਗਈ। ਔਰ ਤੀਸਰੇ ਸ਼ਲੋਕ ਦੇ ਅੱਜ ਤੀਸਰੇ ਪਦੇ ਦੀ ਵਿਚਾਰ ਕੀਤੀ, ਕੱਲ੍ਹ ਚੌਥੇ ਪਦੇ ਦੀ। ਇਸੇ ਤਰ੍ਹਾਂ ਅਸੀਂ ਸੁੱਖ ਦੀ ਪਰਿਭਾਸ਼ਾ ਨੂੰ ਸਮਝ ਕੇ ਅੱਗੇ ਕਦਮ ਵਧਾਉਣਾ ਹੈ। ਔਰ ਉਹ ਕਦਮ ਸਾਡੇ ਤਾਂ ਵਧਣਗੇ ਕਿ ਜਿਵੇਂ ਜਿਵੇਂ ਗੁਰੂ ਮਹਾਰਾਜ ਜੀ ਸਾਨੂੰ ਗਿਆਨ ਬਖਸ਼ ਰਹੇ ਨੇ, ਸਾਨੂੰ ਰਸਤਾ ਵਿਖਾ ਰਹੇ ਨੇ, ਅਸੀਂ ਉਸ ਰਸਤੇ 'ਤੇ ਚੱਲ ਪਈਏ। ਇਹ ਕੀ ਫਾਇਦਾ ਕਿ ਇੱਕ ਗਾਈਡ ਸਾਨੂੰ ਰਸਤਾ ਦੱਸ ਰਿਹਾ ਹੋਵੇ ਵੀ ਇੱਧਰ ਜਾਣਾ ਹੈ, ਅਤੇ ਅਸੀਂ ਉਸ ਰਸਤੇ 'ਤੇ ਚੱਲੀਏ ਨਾ, ਅਤੇ ਗਾਈਡ ਨੂੰ ਕਹੀ ਜਾਈਏ ਬਈ ਮੱਥੇ ਟੇਕ ਕੇ ਜਾਂਦੇ ਹਾਂ, ਤੈਨੂੰ ਪੈਸੇ ਚੜ੍ਹਾ ਦਿੰਦੇ ਹਾਂ ਵੀ ਮੈਂ ਉੱਥੇ ਪਹੁੰਚ ਜਾਵਾਂ, ਅਤੇ ਉਹ ਕੰਮ ਨਹੀਂ ਹੋ ਸਕਦਾ। ਨਾ ਤਾਂ ਉਸ ਗਾਈਡ ਨੂੰ ਮੱਥਾ ਟੇਕਣ ਨਾਲ ਇਨਸਾਨ ਆਪਣੀ ਮੰਜ਼ਿਲ 'ਤੇ ਪਹੁੰਚੇਗਾ, ਨਾ ਉਸ ਇਨਸਾਨ ਦੇ
ਪੈਸੇ ਚੜਾਉਣ ਨਾਲ। ਪਿਆਰ ਵਾਲਿਓ, ਇੱਕ ਸ਼ਰਧਾ ਭਾਵਨਾ ਹੈ। ਆਪਣੀ ਸ਼ਰਧਾ ਭਾਵਨਾ ਨੂੰ ਇਸ ਉੱਚ ਕੋਟੀ ਵਿੱਚ ਲੈ ਜਾਓ ਕਿ ਗੁਰੂ ਦੇ ਗਿਆਨ ਦਾ ਜਿਹੜਾ ਗਿਆਨ ਹੈ ਗੁਰੂ ਦਾ, ਉਹ ਸਾਡੇ ਜੀਵਨ ਦਾ ਆਸਰਾ ਬਣ ਜਾਵੇ ਔਰ ਸਾਡਾ ਜੀਵਨ ਗਿਆਨ ਦੇ ਵਿੱਚ ਗੁਜ਼ਰਨਾ ਸ਼ੁਰੂ ਹੋ ਜਾਵੇ। ਸਮਝੋ ਸਾਡਾ ਜੀਵਨ ਸਫਲ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ